ਧੰਨ ਸਤਿਗੁਰੂ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੇ ਇਸ ਪਾਵਨ ਸ਼ਬਦ ਦੇ ਵਿੱਚ ਸਾਨੂੰ ਬਹੁਤ ਵੱਡੀ ਇੱਕ ਸਿੱਖਿਆ ਦਿੱਤੀ। ਸਤਿਗੁਰੂ ਨੇ ਕਿਹਾ, ਬੰਦੇ ਤੇਰੇ ਮਨ ਵਿੱਚ ਹਮੇਸ਼ਾ ਇੱਕ ਚੀਜ਼ ਰਹਿੰਦੀ ਵੀ ਸ਼ਾਇਦ ਰੱਬ ਮੈਨੂੰ ਨਹੀਂ ਦੇਖਦਾ, ਵੀ ਮੈਂ ਰੱਬ ਨੂੰ ਵੇਖ ਰਿਹਾ। ਮੈਨੂੰ ਪਤਾ ਵੀ ਰੱਬ ਕੋਨੇ-ਕੋਨੇ 'ਚ ਮੌਜੂਦ ਹੈ, ਦਰਖਤਾਂ 'ਚ ਹੈ, ਪੱਥਰਾਂ 'ਚ ਹੈ, ਜਾਨਵਰਾਂ 'ਚ ਹੈ, ਇਨਸਾਨਾਂ 'ਚ ਹੈ, ਕਾਲਿਆਂ 'ਚ ਹੈ, ਗੋਰਿਆਂ 'ਚ ਹੈ, ਛੋਟਿਆਂ 'ਚ ਹੈ, ਵੱਡਿਆਂ 'ਚ ਹੈ, ਅਮੀਰਾਂ 'ਚ ਹੈ, ਗਰੀਬਾਂ 'ਚ ਹੈ, ਸਭਨਾਂ 'ਚ ਹੈ। ਪਰ ਸ਼ਾਇਦ ਮੈਨੂੰ ਇੱਦਾਂ ਮਹਿਸੂਸ ਹੁੰਦਾ ਵੀ ਅਕਾਲ ਪੁਰਖ ਵਾਹਿਗੁਰੂ ਨੂੰ ਇਗਨੋਰ ਕੀਤਿਆਂ ਹੀ ਮੇਰਾ ਜੀਵਨ ਚੱਲਣਾ। ਤਕਰੀਬਨ ਦੁਨੀਆ ਦਾ ਹਰ ਬੰਦਾ ਹੀ ਸੋਚਦਾ ਵੀ ਮੈਂ ਰੱਬ ਨੂੰ ਨਾ ਹੀ ਦੇਖਾਂ, ਉਹਨੂੰ ਮੈਂ ਇਗਨੋਰ ਕਰਾਂ। CCTV ਕੈਮਰਾ ਅੱਜ ਬਣਿਆ। ਗੁਰੂ ਨਾਨਕ ਸਾਹਿਬ ਨੇ ਬਹੁਤ ਲੰਮਾ ਸਮਾਂ ਪਹਿਲਾਂ ਗੱਲ ਕਹਿ ਦਿੱਤੀ ਸੀ। ਜਦੋਂ ਆਪਾਂ ਜਪਜੀ ਸਾਹਿਬ ਨੂੰ ਪੜ੍ਹਦੇ ਹਾਂ ਤੇ ਉਹਦੇ ਵਿੱਚ ਸਤਿਗੁਰੂ ਨੇ ਕਿਹਾ ਸੀ, ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ। ਏਕਾ ਮਾਈ ਦਾ ਮਤਲਬ ਹੈ ਇੱਕ ਮਾਇਆ, ਜੁਗਤ ਵਿਆਈ, ਵਿਆਈ ਮਤਲਬ ਕਿ ਪ੍ਰਸੂਤ ਹੋਣਾ, ਕਿਸੇ ਤਰੀਕੇ ਦੇ ਨਾਲ ਕੁਝ ਐਸੀਆਂ ਸ਼ਕਤੀਆਂ ਤਾਕਤਾਂ ਨੂੰ ਜਨਮ ਦੇਣਾ ਕਿ ਉਹ ਤਾਕਤਾਂ ਅਗਾਂਹ ਦੁਨੀਆ ਦੇ ਵਿੱਚ ਵਿਚਰਨ। ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ। ਇੱਕ ਮਾਇਆ ਪ੍ਰਸੂਤ ਹੋਈ ਤਾਂ ਉਹਨੇ ਤਿੰਨ ਚੇਲਿਆਂ ਨੂੰ ਜਨਮ ਦਿੱਤਾ। ਉਹਦੇ ਤਿੰਨ ਚੇਲੇ ਬਣੇ। ਕਿਹੜੇ? ਬ੍ਰਹਮਾ, ਵਿਸ਼ਨ ਤੇ ਸ਼ਿਵ। ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ। ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀ ਬਾਣ। ਸੰਸਾਰੀ ਕੌਣ? ਬ੍ਰਹਮਾ ਜੀ ਨੂੰ ਆਖਿਆ ਗਿਆ ਵੀ ਇਹ ਸੰਸਾਰੀ ਹੈ, ਦੁਨੀਆ ਪੈਦਾ ਕਰਨ ਵਾਲਾ। ਵਿਸ਼ਨ, ਉਹਦੇ ਬਾਰੇ ਆਖਿਆ ਗਿਆ ਵੀ ਇਹ ਰਿਜ਼ਕ ਦੇਣ ਵਾਲੇ ਨੇ। ਸ਼ਿਵ, ਉਹਨਾਂ ਬਾਰੇ ਆਖਿਆ ਗਿਆ ਮੌਤ ਦਾ ਦਰਬਾਰ ਲਗਾਉਣ ਵਾਲੇ ਨੇ। ਗੁਰੂ ਨਾਨਕ ਸਾਹਿਬ ਨੇ ਬੜੀ ਕਮਾਲ ਕੀਤੀ ਗਾਂ ਜਾ ਕੇ। ਇਸ ਪੌੜੀ ਦੇ ਦੋ ਪਾਰਟ ਹੈ। ਜਪਜੀ ਸਾਹਿਬ ਪੜ੍ਹਦਿਆਂ ਨੂੰ ਲੰਮਾ ਸਮਾਂ ਹੋ ਜਾਂਦਾ ਹੈ। ਸ਼ਾਇਦ ਹੀ ਕੋਈ ਗੁਰੂ ਦਾ ਐਸਾ ਪਿਆਰਾ ਹੋਵੇ ਜਿਹਨੇ ਸਿੱਖ ਧਰਮ ਦੇ ਵਿੱਚ ਜਨਮ ਲਿਆ ਹੋਵੇ ਤੇ ਉਹਨੇ ਜਪਜੀ ਸਾਹਿਬ ਸੰਪੂਰਨ ਨਾ ਪੜ੍ਹਿਆ ਹੋਵੇ ਜਾਂ ਜਪਜੀ ਸਾਹਿਬ ਸੰਪੂਰਨ ਨਾ ਸੁਣਿਆ ਹੋਵੇ। ਮੈਂ ਕਈ ਵਾਰ ਇਹ ਗੱਲ ਕਿਹਾ ਕਰਦਾ, ਜਪਜੀ ਸਾਹਿਬ ਤਾਂ ਸਿੱਖ ਦੀ ਮਾਂ ਹੈ। ਸਿੱਖ ਦਾ ਜਨਮ ਹੀ ਜਪਜੀ ਸਾਹਿਬ ਦੀ ਕੁੱਖ ਤੋਂ ਹੁੰਦਾ। ਸਿੱਖ ਜੰਮਦਾ ਹੀ ਜਪਜੀ ਸਾਹਿਬ ਮਾਂ ਦੀ ਕੁੱਖ ਤੋਂ ਹੈ। ਉਹਦੇ ਤੋਂ ਹੀ ਸ਼ੁਰੂਆਤ ਹੁੰਦੀ, ਉਹ ਤੋਂ ਹੀ ਅਸੀਂ ਪੈਦਾ ਹੁੰਦੇ ਹਾਂ, ਉਹਦੇ ਤੋਂ ਹੀ ਸਾਰਾ ਕੁਝ ਸਾਡਾ ਸਮਝ ਲੱਗਦਾ। ਸਾਡਾ ਬਚਪਨਾ ਵੀ ਜਪਜੀ ਸਾਹਿਬ ਹੈ, ਸਾਡੀ ਜਵਾਨੀ ਵੀ ਜਪਜੀ ਸਾਹਿਬ ਹੈ, ਸਾਡਾ ਬੁਢੇਪਾ ਵੀ ਜਪਜੀ ਸਾਹਿਬ ਹੈ, ਕਿਉਂਕਿ ਮੁੱਢ ਜਪਜੀ ਸਾਹਿਬ ਹੈ। ਉਹ ਤੋਂ ਅਗਾਂਹ ਜਾ ਕੇ ਸਾਨੂੰ ਸੱਚ ਦੀ ਸਿੱਖਿਆ ਹੋਰ ਮਿਲਦੀ ਹੈ, ਜਿਹਦੀ ਵਿਆਖਿਆ ਗੁਰੂ ਗ੍ਰੰਥ ਸਾਹਿਬ ਵਿੱਚ ਕੀਤੀ ਗਈ। ਜਦੋਂ ਇਸ ਪੌੜੀ ਨੂੰ ਪੜ੍ਹਦੇ ਹਾਂ, ਸਤਿਗੁਰ ਕਹਿੰਦੇ ਨੇ, ਲੋਕ ਕਹਿੰਦੇ ਆ ਵੀ ਇੱਕ ਮਾਇਆ ਤੋਂ ਤਿੰਨ ਚੇਲੇ ਪੈਦਾ ਹੋਏ। ਇੱਕ ਸੰਸਾਰੀ ਬਣਿਆ ਬ੍ਰਹਮਾ ਜੀ, ਇੱਕ ਭੰਡਾਰੀ ਬਣਿਆ ਵਿਸ਼ਨੂੰ ਜੀ, ਇੱਕ ਦਰਬਾਰੀ ਬਣਿਆ ਸ਼ਿਵ। ਤੇ ਗੁਰੂ ਨਾਨਕ ਸਾਹਿਬ ਨੇ ਪਤਾ ਕੀ ਕਿਹਾ? ਵੇਖੋ, ਸਦਕੇ ਜਾਣ ਨੂੰ ਦਿਲ ਕਰਦਾ ਗੁਰੂ ਨਾਨਕ ਸਾਹਿਬ ਤੋਂ। ਗੁਰੂ ਨਾਨਕ ਸਾਹਿਬ ਨੇ ਕਿਹਾ, ਬੰਦੇ ਤੈਨੂੰ ਕਿਸੇ ਦੇ ਪਿੱਛੇ ਲੱਗਣ ਦੀ ਲੋੜ ਹੀ ਨਹੀਂ। ਤੈਨੂੰ ਵੱਖੋ ਵੱਖਰੇ ਦੇਵੀ ਦੇਵਤਿਆਂ ਨੂੰ ਜਾਂ ਤਾਕਤਾਂ ਨੂੰ ਮੰਨਣ ਦੀ, ਮਨਾਉਣ ਦੀ ਲੋੜ ਹੀ ਨਹੀਂ। ਉਹਨਾਂ ਦੇ ਕਿਸੇ ਹੋਰ ਦੇ ਸਾਹਮਣੇ ਸੀਸ ਝੁਕਾਉਣ ਦੀ ਲੋੜ ਹੀ ਨਹੀਂ। ਕਹਿੰਦੇ ਜਦੋਂ ਤੇਰੇ ਕੋਲ ਤੇਰਾ ਬਾਪੂ ਮੌਜੂਦ ਹੈ ਤੇ ਪਿਓ ਨੂੰ ਛੱਡ ਕੇ ਚਾਚਿਆਂ ਨੂੰ, ਤਾਇਆਂ ਨੂੰ ਜਾਂ ਹੋਰਨਾਂ ਨੂੰ ਗੋਡੇ ਪਕੜੇ ਤੇ ਪਿਓ ਨੂੰ ਪੁੱਛੇ ਹੀ ਨਾ, ਪਿਓ ਦਾ ਹਾਲ ਚਾਲ ਹੀ ਨਾ ਪੁੱਛੇ, ਪਿਓ ਦੇ ਵੱਲ ਜਾਏ ਨਾ। ਪਿਓ ਨੂੰ ਦੁੱਖ ਤਾਂ ਲੱਗੇਗਾ ਨਾ, ਪਿਓ ਗੁੱਸਾ ਵੀ ਹੋਏਗਾ, ਦੁੱਖ ਵੀ ਲੱਗੇਗਾ ਵੀ ਮੇਰੇ ਵੱਲ ਤਾਂ ਵਹਿੰਦਾ ਹੀ ਨਹੀਂ। ਹੁਣ ਘਰ ਦੇ ਵਿੱਚ ਮਾਂ ਮੌਜੂਦ ਹੋਵੇ, ਮਾਂ ਬਜ਼ੁਰਗ ਹੋ ਗਈ ਹੋਵੇ, ਮੰਜੇ ਤੇ ਪਈ ਹੋਵੇ, ਉਹਦੇ ਵੱਲ ਤਾਂ ਧਿਆਨ ਨਾ ਦਿੱਤਾ ਜਾਏ ਤੇ ਬਾਕੀ ਮੁਹੱਲੇ ਦੇ ਵਿੱਚ ਅਸੀਂ ਘੁੰਮਦੇ ਫਿਰਦੇ, ਆ ਮੇਰੀ ਚਾਚੀ ਆ, ਮੇਰੀ ਮਾਸੀ ਆ, ਮੇਰੀ ਤਾਈ ਆ, ਆਪਾਂ ਖਿਆਲ ਰੱਖੀਏ। ਪਰ ਜਿਹੜੀ ਘਰ ਦੇ ਵਿੱਚ ਮੌਜੂਦ ਹੈ ਮਾਂ, ਆਪਾਂ ਉਹਦਾ ਖਿਆਲ ਨਾ ਰੱਖੀਏ ਤੇ ਮਾਂ ਨੂੰ ਦੁੱਖ ਤਾਂ ਲੱਗੇਗਾ ਨਾ। ਕਿ ਬਾਹਰ ਤਾਂ ਸਾਰਿਆਂ ਨੂੰ ਮਾਂ ਮਾਂ ਕਹਿਣਾ ਤੇ ਜਿੰਨੇ ਤੈਨੂੰ ਆਪਣੇ ਢਿੱਡੋਂ ਜਣਿਆ ਉਹਦੇ ਵੱਲ ਤਾਂ ਤੂੰ ਅੱਖ ਪੁੱਟ ਕੇ ਵੀ ਨਹੀਂ ਵੇਖਦਾ। ਤੂੰ ਪੁੱਤ ਥੋੜੀ ਐ, ਤੂੰ ਤਾਂ ਕਪੁੱਤ ਹੋ ਗਿਆ ਨਾ। ਇਦਾਂ ਹੀ ਧੰਨ ਗੁਰੂ ਨਾਨਕ ਸਾਹਿਬ ਨੇ ਕਿਹਾ, ਕਹਿੰਦੇ ਘਰ ਦੇ ਵਿੱਚ ਸਭ ਕੁਝ ਹੋਵੇ, ਨਿਰੰਕਾਰ ਹੋਵੇ ਤੇ ਵੱਡਾ ਹੋਵੇ, ਉਹਦੇ ਵੱਲ ਵੇਖੇ ਨਾ ਅੱਖ ਪੁੱਟ ਕੇ, ਤੇ ਤੂੰ ਕਮਲਿਆ ਪੱਥਰਾਂ ਦੀ ਪੂਜਾ ਕਰੇ, ਦਰਖਤਾਂ ਦੀ ਪੂਜਾ ਕਰੇ, ਮਿੱਟੀ ਦੀ ਪੂਜਾ ਕਰੇ, ਸੂਰਜ ਦੀ ਪੂਜਾ ਕਰੇ, ਚੰਦਰਮਾ ਦੀ ਪੂਜਾ ਕਰੇ, ਆਸੇ ਪਾਸੇ ਦੇਖੇ, ਫਿਰ ਦੁੱਖ ਤਾਂ ਲੱਗੇਗਾ ਨਾ ਉਸ ਵੱਡੇ ਨੂੰ, ਪਿਓ ਨੂੰ, ਵੀ ਕਮਲਾ ਨਾ ਹੋਵੇ। ਜਿਹੜੀਆਂ ਚੀਜ਼ਾਂ ਮੈਂ ਪੈਦਾ ਕੀਤੀਆਂ ਉਹਨਾਂ ਦੇ ਸਾਹਮਣੇ ਤਾਂ ਲੰਮਾ ਹੀ ਪੈ ਜਾਂਦਾ ਤੇ ਮੇਰੇ ਵੱਲ ਅੱਖ ਪੁੱਟ ਕੇ ਵੀ ਨਹੀਂ ਵੇਖਦਾ, ਜਿਹਨੇ ਸਭ ਕੁਝ ਪੈਦਾ ਕੀਤਾ, ਜਿਹਨੇ ਸਭ ਕੁਝ ਬਣਾਇਆ। ਦੁੱਧ ਤਾਂ ਆਪਾਂ ਪੀ ਰਹੇ ਹਾਂ, ਪਰ ਜਿੱਥੋਂ ਦੁੱਧ ਪੈਦਾ ਹੋ ਰਿਹਾ, ਜਿਹੜੀ ਵਿਚਾਰੀ ਦੇ ਰਹੀ ਉਹਨੂੰ ਆਪਾਂ ਡੰਡੇ ਮਾਰ ਮਾਰ ਕੇ ਕੁੱਟੀਏ ਜਾਂ ਉਹਨੂੰ ਧੁੱਪੇ ਖੜੇ ਕਰ ਛੱਡੀਏ, ਉਹਦਾ ਖਿਆਲ ਨਾ ਰੱਖੀਏ
ਉਹਨੂੰ ਵਿਚਾਰੇ ਨੂੰ ਦੁੱਖ ਤਾਂ ਲੱਗੇਗਾ ਨਾ, ਕਮਲਿਆ ਮੇਰਾ ਹੀ ਦੁੱਧ ਪੀ ਕੇ ਵੱਡਾ ਹੋ ਰਿਹਾ, ਤੇਰੇ ਨਿਆਣੇ ਵੀ ਮੇਰਾ ਦੁੱਧ ਪੀ ਕੇ ਵੱਡੇ ਹੋ ਰਹੇ ਨੇ, ਮੈਨੂੰ ਧੁੱਪੇ ਬਿਠਾ ਛੱਡਦਾ, ਮੇਰਾ ਤੂੰ ਖਿਆਲ ਨਹੀਂ ਰੱਖਦਾ। ਦੁੱਧ ਤਾਂ ਉਹ ਦਈ ਜਾਏਗੀ ਪਰ ਉਹ ਸੜੀ ਬੜੀ ਦੁੱਧ ਦੇਗੀ। ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਦਾਤਾਂ ਦੇਣ ਵਾਲਾ ਹੈ। ਜੇ ਬੰਦਾ ਉਹਦੀਆਂ ਦਾਤਾਂ ਤੱਕ ਸੀਮਤ ਹੋ ਜਾਏ, ਦਾਤੇ ਵੱਲ ਨਾ ਦੇਖੇ, ਤੇ ਸਤਿਗੁਰੂ ਕਹਿੰਦੇ ਨੇ ਤੂੰ ਅਕਿਰਤ ਧਨ ਹੈ। ਔਰ ਇਹ ਮੈਂ ਨਹੀਂ, ਗੁਰੂ ਅਰਜਨ ਸਾਹਿਬ ਨੇ ਕਿਹਾ। ਇੱਕ ਬੜਾ ਹੀ ਪਿਆਰਾ ਗੁਰੂ ਅਰਜਨ ਸਾਹਿਬ ਦਾ ਸ਼ਬਦ ਹੈ ਜਿਹਦੇ ਵਿੱਚ ਉਹਨੇ ਆਖਿਆ, ਅੰਤਰਜਾਮੀ ਸਭ ਵਿਦ ਜਾਣੈ ਤਿਸ ਤੇ ਕਹਾਂ ਦੁਲਾਰਿਓ। ਅੰਤਰਜਾਮੀ ਦਾ ਮਤਲਬ ਹੈ ਪ੍ਰਮਾਤਮਾ। ਪਰਮਾਤਮਾ ਜਿਹੜਾ ਸਭ ਕੁਝ ਜਾਣਦਾ, ਤੂੰ ਉਹਦੇ ਤੋਂ ਕੁਝ ਲੁਕਾ ਕੇ ਰੱਖ ਸਕਦਾ? ਅੰਤਰਜਾਮੀ ਸਭ ਵਿਦ ਜਾਣੈ ਤਿਸ ਤੇ ਕਹਾਂ ਦੁਲਾਰਿਓ। ਹਸਤ ਪਾਮ ਝਰੇ ਖਿੰਨ ਭੀਤਰ ਅਗਨ ਸੰਗ ਲੈ ਜਾ ਰਿਓ। ਕਹਿੰਦੇ 1 ਮਿੰਟ ਨਹੀਂ ਲੱਗਦਾ ਜਦੋਂ ਤੇਰਾ ਸਰੀਰ ਸੜ ਕੇ ਸੁਆਹ ਹੋ ਜਾਂਦਾ। ਮੂੜੇ ਤੇ ਮਨ ਤੇ ਰਾਮ ਵਿਸਾਰਿਓ। ਕਹਿੰਦੇ ਮੂਰਖਾ, ਤੂੰ ਆਪਣੇ ਮਨ ਵਿੱਚੋਂ ਪਰਮਾਤਮਾ ਨੂੰ ਭੁਲਾ ਦਿੱਤਾ। ਲੂਣ ਖਾਏ ਕਰੇ ਹਰਾਮ ਖੋਰੀ। ਹੁਣ ਸਿੱਧੇ ਪੰਜਾਬੀ ਦੇ ਸ਼ਬਦ ਹੈ, ਵੇਖੋ ਕਿੰਨੇ ਠਾਹ ਸਤਿਗੁਰੂ ਜੀ ਨੇ ਨਾ ਦਿਲ ਦੇ ਉੱਤੇ ਚੋਟ ਮਾਰੀ। ਲੂਣ ਖਾਏ, ਲੂਣ ਖਾ ਕੇ ਕਰੇ ਹਰਾਮ ਖੋਰੀ। ਤੂੰ ਹਰਾਮ ਕਰਿਆ, ਜਿਹਦਾ ਨਮਕ ਖਾ ਰਿਆ ਉਹਦਾ ਨਮਕ ਖਾ ਕੇ ਹਰਾਮ ਕਰਿਆ। ਲੂਣ ਖਾਏ ਕਰੇ ਹਰਾਮ ਖੋਰੀ ਪੇਖਤ ਨੈਣ ਬਿਦਾਰਿਓ। ਤੂੰ ਹਰਾਮ ਖੋਰੀ ਕਰਕੇ ਵੀ ਅੱਖਾਂ ਪਾੜ ਪਾੜ ਕੇ ਵੇਖਦਾ। ਇਹ ਅਰਥ ਹੈ ਉਸ ਸ਼ਬਦ ਦੇ, ਬਿਲਕੁਲ ਸੇਮ ਟੂ ਸੇਮ। ਉਹਦਾ ਮਤਲਬ ਹੈ ਤੂੰ ਬੇਸ਼ਰਮ ਹੋ ਕੇ ਅਜੇ ਵੀ ਘੁੰਮਿਆ ਫਿਰਦਾ। ਜਿਨੇ ਸਭ ਕੁਝ ਦਿੱਤਾ ਉਹਦੇ ਵੱਲ ਤੇਰਾ ਧਿਆਨ ਨਹੀਂ। ਗੁਰੂ ਨਾਨਕ ਸਾਹਿਬ ਨੇ ਕਿਹਾ, ਬੰਦੇ ਜਿਹੜੀਆਂ ਤਾਕਤਾਂ ਨਿਰੰਕਾਰ ਨੇ ਪੈਦਾ ਕੀਤੀਆਂ ਉਹਨਾਂ ਤੱਕ ਹੀ ਸੀਮਤ ਹੋ ਗਿਆ। ਹੁਣ ਕਹਿੰਦੇ ਮੇਰੀ ਗੱਲ ਸੁਣ, ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ। ਅਗਲੀ ਗੱਲ ਕਮਾਲ ਦੀ, ਕਹਿੰਦੇ ਨਹੀਂ ਜਿਵ ਤਿਸ ਭਾਵੈ ਤਿਵੈ ਚਲਾਵੇ। ਕਹਿੰਦੇ ਕਿਸੇ ਤਾਕਤ ਦੇ ਵਸ ਵਿੱਚ ਕੁਝ ਨਹੀਂ। ਕਿਸੇ ਦੇਵੀ ਦੇਵਤੇ ਪੀਰ ਪੈਗੰਬਰ ਸ਼ੇਖ ਔਲੀਏ ਕਿਸੇ ਦੇ ਪੱਲੇ ਕਹਿੰਦੇ ਕੱਖ ਨਹੀਂ ਹੈ, ਕਿ ਜਿਹਦੇ ਕਿਸੇ ਦੇ ਵਸ ਕੁਝ ਵੀ ਨਹੀਂ ਹੈ। ਕੋਈ ਕੁਝ ਨਹੀਂ ਕਰ ਸਕਦਾ। ਜਿਵ ਤਿਸ ਭਾਵੈ, ਜਿਵੇਂ ਉਸ ਪ੍ਰਮਾਤਮਾ ਨੂੰ ਚੰਗਾ ਲੱਗਦਾ, ਤਿਵੈ ਚਲਾਵੇ, ਤਿਵੇਂ ਉਸ ਗੱਡੀ ਨੂੰ ਚਲਾ ਰਿਹਾ, ਸੰਸਾਰ ਨੂੰ ਚਲਾ ਰਿਹਾ। ਜਿਵ ਹੋਵੇ ਫਰਮਾਨ, ਜਿਵੇਂ ਉਹਦਾ ਹੁਕਮ ਹੁੰਦਾ ਤਿਵੇਂ ਦੁਨੀਆ ਚੱਲਦੀ ਹੈ। ਅਗਲੀ ਗੱਲ, ਉਹ ਵੇਖੈ ਉਹਨਾਂ ਨਜ਼ਰ ਨਾ ਆਵੇ। ਉਹ ਤਾਂ ਦੇਖ ਰਿਹਾ, ਸਾਡੇ ਵਰਗੇ ਕਮਲਿਆਂ ਨੂੰ ਨਹੀਂ ਦਿਸਦਾ। ਉਹ ਵੇਖੇ ਉਹਨਾਂ ਨਜ਼ਰ ਨਾ ਆਵੇ ਬਹੁਤਾ ਇਹ ਵਿਡਾਨ। ਕਹਿੰਦੇ ਕਿੰਨੀ ਕਮਾਲ ਦੀ ਗੱਲ ਹੈ। ਉਹ ਸਾਨੂੰ ਵੇਖ ਰਿਹਾ ਤੇ ਸਾਨੂੰ ਇਦਾਂ ਲੱਗਦਾ ਵੀ ਸਾਨੂੰ ਕਿਹੜਾ ਕੋਈ ਵੇਖਦਾ। CCTV ਤੋਂ ਤਾਂ ਸਾਰੇ ਬਚਦੇ ਆ, ਪਰ ਰੱਬ ਦੀ ਨਿਗਾਹ ਤਾਂ ਹਰ ਬੰਦੇ ਉੱਤੇ। ਅੰਦਰੋਂ ਵੀ ਵੇਖਦਾ, ਉਹ ਬਾਹਰੋਂ ਵੀ ਵੇਖਦਾ। ਅੰਦਰੋਂ ਆਪਾਂ ਸੋਚਦੇ ਨਾ ਜੋ, ਉਹਨੂੰ ਪਤਾ ਹੁੰਦਾ, ਤੇ ਜੋ ਆਪਾਂ ਕਰ ਰਹੇ ਆ ਕਰਨ ਤੋਂ ਪਹਿਲਾਂ ਹੀ ਉਹਨੂੰ ਪਤਾ ਹੁੰਦਾ ਵੀ ਇਹਨੇ ਹੁਣ ਕੀ ਕਰਨਾ। ਉਹ ਵੇਖੇ ਉਹਨਾਂ ਨਜ਼ਰ ਨਾ ਆਵੇ ਬਹੁਤਾ ਇਹ ਵਿਡਾਨ। ਆਦੇਸ ਤਿਸੈ ਆਦੇਸ। ਕਹਿੰਦੇ ਨਮਸਕਾਰ ਉਸ ਪਰਮਾਤਮਾ ਨੂੰ ਕਰੀਏ। ਆਓ ਕਹਿੰਦੇ ਲੰਮੇ ਪੈ ਜਾਈਏ ਉਸ ਪਰਮਾਤਮਾ ਦੇ ਸਾਹਮਣੇ। ਆਦਿ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ। ਕਿਹੜਾ? ਜਿਹੜਾ ਪਰਮਾਤਮਾ ਦੁਨੀਆ ਪੈਦਾ ਕਰਨ ਵਾਲਾ, ਦੁਨੀਆ ਦਾ ਮੁੱਢ ਹੈ, ਜਿਹਨੂੰ ਕੋਈ ਖਤਮ ਨਹੀਂ ਕਰ ਸਕਦਾ, ਜਿਹਨੂੰ ਕੋਈ ਦਾਗ ਨਹੀਂ ਲਗਾ ਸਕਦਾ, ਜਿਹਨੂੰ ਕੋਈ ਟੋਟੇ ਟੋਟੇ ਨਹੀਂ ਕਰ ਸਕਦਾ, ਜਿਹੜਾ ਹਮੇਸ਼ਾ ਇੱਕ ਤਰ੍ਹਾਂ ਦਾ ਰਹਿੰਦਾ, ਜਿਹੜਾ ਕਦੇ ਨਹੀਂ ਬਦਲਦਾ। ਗੁਰੂ ਨਾਨਕ ਸਾਹਿਬ ਕਹਿੰਦੇ ਆ ਬੰਦੇ ਉਸ ਪਰਮਾਤਮਾ ਦੇ ਸਾਹਮਣੇ ਝੁਕ, ਉਹਦੇ ਸਾਹਮਣੇ ਝੁਕੀਏ ਜਿਹੜਾ ਸਾਰੀਆਂ ਦਾਤਾਂ ਦੇਣ ਵਾਲਾ। ਕਈ ਵਾਰ ਬੰਦੇ ਨੂੰ ਲੱਗਦਾ ਵੀ ਸ਼ਾਇਦ ਮੇਰੇ 'ਚ ਤਾਂ ਰੱਬ ਹੈ, ਦੂਸਰਿਆਂ 'ਚ ਨਹੀਂ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਇੱਕ ਵਾਰ ਅਰਬ ਕੰਟਰੀ 'ਚ ਗਏ। ਤੁਸੀਂ ਸਾਰੇ ਜਾਣਦੇ ਹੋ ਵੀ ਸਤਿਗੁਰੂ ਗੁਰੂ ਨਾਨਕ ਸਾਹਿਬ ਦੁਨੀਆ ਦੇ ਕੋਨੇ-ਕੋਨੇ 'ਚ ਗਏ। 10 ਗੁਰੂ ਸਾਹਿਬਾਨਾਂ ਵਿੱਚੋਂ ਸਭ ਤੋਂ ਜ਼ਿਆਦਾ ਸਮਾਂ ਜਿਹੜਾ ਉਦਾਸੀਆਂ ਦੇ ਵਿੱਚ ਬਤੀਤ ਹੋਇਆ ਉਹ ਗੁਰੂ ਨਾਨਕ ਸਾਹਿਬ ਦਾ ਟਾਈਮ ਸੀ। ਇਸ ਲਈ ਗੁਰੂ ਨਾਨਕ ਸਾਹਿਬ ਦੇ ਬਾਰੇ ਭਾਈ ਗੁਰਦਾਸ ਸਾਹਿਬ ਨੇ ਆਖਿਆ, ਕਹਿੰਦੇ ਨੇ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਵਾ। ਪ੍ਰਗਟ ਹੋਏ, ਪੂਰੀ ਦੁਨੀਆ 'ਚ ਰੋਸ਼ਨਾਈ ਉਹਨਾਂ ਨੇ ਕਰ ਦਿੱਤੀ। ਅਰਬ ਕੰਟਰੀ 'ਚ ਸਤਿਗੁਰੂ ਮੌਜੂਦ ਸਨ। ਇੱਕ ਫਕੀਰ ਨੇ ਗੁਰੂ ਨਾਨਕ ਸਾਹਿਬ ਨੂੰ ਬੁਲਾਵਾ ਭਜਵਾਇਆ। ਗੱਲ ਬੜੀ ਹੀ ਪਿਆਰੀ ਹੈ, ਕਮਾਲ ਦੀ ਸੁਣਨ ਵਾਲੀ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਗਏ। ਗੁਰੂ ਨਾਨਕ ਸਾਹਿਬ ਦੇ ਨਾਲ ਇੱਕ ਜਾਣਾ ਨਹੀਂ ਸੀ। ਜਿੱਧਰ ਗੁਰੂ ਨਾਨਕ ਸਾਹਿਬ ਜਾਂਦੇ ਸੀ, ਜਿਵੇਂ ਭਾਈ ਗੁਰਦਾਸ ਸਾਹਿਬ ਨੇ ਆਖਿਆ ਨਾ ਕਿ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਹਾ। ਜਿੱਥੇ ਗੁਰੂ ਨਾਨਕ ਸਾਹਿਬ ਦਾ ਚਰਨ ਪੈਂਦਾ ਸੀ, ਲੋਕ ਉੱਥੇ ਧਰਮਸ਼ਾਲਾ ਬਣਾਉਂਦੇ ਸੀ, ਉਸ ਜਗ੍ਹਾ ਨੂੰ ਸੇਵ ਕਰ ਲੈਂਦੇ ਸੀ। ਇੱਥੇ ਮੇਰੇ ਗੁਰੂ ਨਾਨਕ ਸਾਹਿਬ ਦਾ ਚਰਨ ਪਿਆ, ਉੱਥੇ ਲੋਕ ਨਮਸਕਾਰਾਂ ਕਰਦੇ, ਅੱਜ ਵੀ ਕਰਦੇ ਵੀ ਇੱਥੇ ਮੇਰਾ ਬਾਪੂ ਗੁਰੂ ਨਾਨਕ ਸਾਹਿਬ ਆਇਆ, ਇਹ ਪੂਜਨਯੋਗ ਜਗ੍ਹਾ। ਹੁਣ ਗੁਰੂ ਨਾਨਕ ਸਾਹਿਬ ਦੇ ਨਾਲ
कई हज़ारां लोग जुड़े। अगे अगे धन गुरु नानक साहब, नाल भाई मरदाना साहब, पिछे पिछे होर हज़ारां संगतां तुरियां जांदियां। फकीर ने आख्या सतगुरु बस जांदे जांदे चरण पा दो, मेरी गरीब दी कुटिया दे सामने चरण पा दिओ। फकीर दा घर बनया होया सी बड़ा प्यारा। गुरु नानक साहब सच्चे पातशाह ने बार बार ही अपना टिकाणा कीता, उत्थे सतगुरु जी बैठे। जिस दिन गुरु नानक साहब ने जाना सी उस दिन फकीर ने एक गलीचा विशेष तौर पर तैयार करवाया, विशेष तौर पर एक गलीचा तैयार करवाया। अरब दे विच ये चीज़ां बहुत प्यारियां मिलदियां ने, बड़ियां कीमती मिलदियां ने, ते शायद ये डिजाइन भी उन्हां कंट्रियां दा ही है। बड़ा प्यारा जिहा एक गलीचा सी, बड़ा महंगा सी। गुरु नानक साहब सच्चे पातशाह दे सामने रख के ना फकीर कहंदा दातिया मैं अल्लाह सुनिया सी, अल्लाह गाया सी, पर अल्लाह अज पहली बारी वेख्या। आखो सतनाम श्री वाहिगुरू। जिवें बुल्ले शाह ने कहा सी, बुल्ले शाह गुरु गोबिंद सिंह महाराज के समकाली सन। बुल्ले शाह नूं बड़ी भुख लगी। बुल्ले दा नाम आपां सारे जानते हैं। बुल्ले शाह नूं भुख लगी। बुल्ला शाह जी कहते चलो मसीत कोई आने वाली उत्थे वड़दे हैं, देखते हैं कुछ मिलता भी अंदर जिहड़ा होएगा। कोई सेवादार नूं कहांगा भी छका दे भाई कुछ। जदों मसीत के अंदर वड़िया तो बुल्ले नूं तां वैसे चंगा नहीं सी समझिया जांदा। सच बोलण वाले बंदे नूं कोई चंगा कहंदा ही नहीं, सारे औखा ही वेखदे उहदे वल। ते बुल्ला साहब सच बोलदे सी। पचदा किनू किनू, जिवें उन्होंने आख्या कहंदे सच कहां तां भांबर मचदा है, चुप रहां तां कुछ नहीं बचदा है। जे मैं सच बोलां तां लोकां विच भांबर मचदा, जे मैं चुप रहां ते रब नाराज हुंदा। बुल्ला शाह जदों मसीत दे अंदर वड़े, जिहड़ा मसीत दा अंदर सेवा करन वाला सी कोई, उन्होंने जाके उन्होंने कहा, रिक्वेस्ट की भी भलिया मानसा कोई रोटी टुक है, कोई रोटी टुक है, मिल सकता कुछ खाण नूं, भुख बड़ी लगी है। अगों पै गया, वो कहता मैं तो आ मसां गुजारा करदा फिरदा, मेरे को कुछ नहीं है, भी कोई हो थां टिकाणा देख। बुल्ला शाह तुरिया बेचारा रस्ते विच, ये बिल्कुल सच है। रस्ते दे विच एक मंदिर आया, उत्थे ही वड़ गया। कहंदा देखदा पुजारी शायद दयावान हो जाए। तो जदों पुजारी ने वेख्या इस्लाम के बाणे विच, वो कहंदे नहीं इत्थे नहीं गल बननी। उत्थों बेचारा चुप करके तुर पिया। वो कहंदे हुण गल कित्थे बनेगी। बुल्ले शाह नूं रस्ते दे विच गुरु नानक दा घर मिलिया। इत्थे तां आपां कोई सवाल ही नहीं खड़ा कर सकते। दरबार साहब दे अंदर आपां जाने आ, लखां लोग रोजाना विजिट करते हैं, प्रशादा छकते हैं। मैं कई बार सोचदा ना भी 4 जाने पालने औखे हो जाते हैं। लखां लोगों का लंगर किद्दां बनी आउंदा, किद्दां चली जांदा, किद्दां सब कुछ रूटीन चल रही, सदियां तो चल रही है, सदियां तो। कमाल है। गुरु नानक साहब दे वो 20 रुपये अजे मुक्के ही नहीं, ना मुकने। आखो सतनाम, ना मुके है ना मुकने है, क्योंकि ये तो भंडारे भरे मेरे दाते दे ऐदां ही रहने। गुरु रामदास साहब का घर इन्ना प्यारा भी जिहड़ा आया निहाल होके जांदा। बुल्ला जदों देखदा, उन्हें निशान साहब देखा, बुल्ले ने निशान साहब तक्या, कहंदा ये ना सिखां दा घर है, इत्थे जाना मैं। जदों गया उहदे मन विच हुण कोई डर नहीं सी, उहदे मन विच कोई घिरना नहीं सी, ते ना उहदे मन विच इह सी भी किसी ने मेरी बेइज्जती कर देनी। बुल्ले नूं पता सी भी यही एक घर है जिथे जाके इंसान भुखा नहीं वापस मुड़दा हुंदा। बुल्ला जदों जा पहुंचिया, बुल्ले ने नज़ारा बड़ा तक्या। पहला तो लंगर च गया, सीधा प्रशादा पानी छकिया। छकन तो बाद दरबार साहब विच गया, कीर्तन हो रहा सी, तबला वज रहा सी, हारमोनीयम वज रहे सन, तांती साज चल रहे सन। हारमोनीयम चलो बाद विच आए, पहला तो रबाबी सिंह कीर्तन करते सी, तांती साजां नाल कीर्तन हुंदा सी, ते सब कुछ उन्हें अपनी अखीं देखा। फिर उन्हें वेख्या कार सेवा चल रही, इमारतां बन रही। देख के ना उहदा मन गद गद हो गया, उहदा ढिड भी भरिया, उहदी नीत भी भरी। फिर बुल्ला जदों घर आया, उन्हें कलम चक्की, उन्हें एक कविता लिखी। उहदे पैरे बड़े प्यारे सन। उस उन्हें लिखिया, इट खड़का दुक्कड़ वज्जे नाले तपे चुल्हा। इहदी व्याख्या कर दिना मैं। इट खड़का दुक्कड़ वज्जे नाले तपे चुल्हा। वो कहंदा जदों मैं गुरु नानक के घर विच गया, मैं जाके की वेख्या, इट खड़का बिल्डिंगां बन रही ने, कार सेवा भी चल रही, दुक्कड़ वज्जे, तबले की गल की उन्हें, दुक्कड़ वज्जे। गुरु साहब का दरबार लगा होया, कीर्तन हो रहा, नाले तपे चुल्हा, दूसरे पासे लंगर भी बन रहा, चुल्हा भी तपया आया।
ਇੱਟ ਖੜਕਾ ਦੁੱਕੜ ਵੱਜੇ ਨਾਲੇ ਤੱਪੇ ਚੁੱਲਾ। ਅਗਲੀ ਗੱਲ ਗਜ਼ਬ ਦੀ, ਉਹ ਕਹਿੰਦਾ ਇੰਨੀ ਗੱਲੀ ਰੱਬ ਵੀ ਰਾਜੀ। ਇੰਨਾ ਗੱਲਾਂ ਨਾਲ ਰੱਬ ਖੁਸ਼ ਹੁੰਦਾ? ਇੰਨੀ ਗੱਲੀ ਰੱਬ ਵੀ ਰਾਜੀ ਨਾਲੇ ਰਾਜੀ ਬੁੱਲਾ। ਉਹ ਕਹਿੰਦਾ ਮੈਂ ਜਦੋਂ ਉੱਥੋਂ ਗਿਆ ਨਾ, ਰੱਬ ਤਾਂ ਇਹਨਾਂ ਗੱਲਾਂ ਨਾਲ ਰਾਜੀ ਹੈ, ਪਰ ਮੈਂ ਜਦੋਂ ਉੱਥੇ ਗਿਆ ਤੇ ਮੈਂ ਰਾਜੀ ਖੁਸ਼ੀ ਆਇਆ, ਕਿਉਂਕਿ ਜੋ ਆਵੇ ਸੋ ਰਾਜੀ ਜਾਵੇ। ਨਾਨਕ ਨਾਮ ਤੇਰੇ ਭਾਣੇ। ਇੱਥੇ ਤਾਂ ਜਿਹੜਾ ਆਉਂਦਾ ਖੁਸ਼ ਹੋ ਕੇ ਜਾਂਦਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਸਾਹਮਣੇ ਗਲੀਚਾ ਰੱਖ ਕੇ ਫਕੀਰ ਕਹਿੰਦਾ ਸਤਿਗੁਰੂ ਬੜਾ ਮਹਿੰਗਾ ਹੈ, ਤੁਹਾਡੇ ਲਈ ਤਿਆਰ ਕਰਵਾਇਆ, ਕਿਰਪਾ ਕਰਕੇ ਤੇ ਬੈਠਿਓ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਬਹਿ ਗਏ ਗਲੀਚੇ ਦੇ ਉੱਤੇ। ਜਦੋਂ ਉੱਠੇ ਨਾ ਤਾਂ ਫਕੀਰ ਨੇ ਗਲੀਚੇ ਨੂੰ ਗੋਲ ਕੀਤਾ ਤੇ ਕਹਿੰਦਾ ਗੁਰੂ ਨਾਨਕ ਸਾਹਿਬ ਤੁਹਾਡੇ ਲਈ ਹੈ, ਨਾਲ ਲੈ ਕੇ ਜਾਓ। ਉੱਥੇ ਗੁਰੂ ਨਾਨਕ ਸਾਹਿਬ ਜੀ ਰੁਕ ਗਏ, ਕਹਿੰਦੇ ਫਕੀਰਾ ਤੇਰੇ ਘਰ ਦੇ ਸਾਹਮਣੇ ਨਾ ਉਹ ਦੇਖ ਛੋਟੇ ਛੋਟੇ ਜਿਹੇ ਕਤੂਰੇ ਵਿਚਾਰੇ ਆਪਣੀ ਮਾਂ ਦੇ ਨਾਲ ਬੈਠੇ, ਮੈਂ ਦੇਖ ਰਿਹਾ ਜਦੋਂ ਦਾ ਮੈਂ ਆਇਆ, ਮੈਂ ਦੇਖਿਆ। ਉਹ ਜਦੋਂ ਸਾਰਾ ਦਿਨ ਖੇਡਦੇ ਖੂਡਦੇ ਆਸੇ ਪਾਸੇ, ਫਿਰ ਤੇਰੇ ਘਰ ਦੇ ਸਾਹਮਣੇ ਆ ਕੇ ਬਹਿ ਜਾਂਦੇ, ਮਾਂ ਵੀ ਬਹਿ ਜਾਂਦੀ। ਠੰਡ ਵੀ ਲੱਗਦੀ ਉਹਨਾਂ ਨੂੰ ਰਾਤ ਨੂੰ ਵਿਚਾਰਿਆਂ ਨੂੰ, ਤੂੰ ਖਿਆਲ ਨਹੀਂ ਰੱਖਦਾ ਉਹਨਾਂ ਦਾ। ਬੜੀ ਪਿਆਰੀ ਸੱਚ ਜਾਣਿਓ, ਦਿਲ ਹੀ ਭਰ ਆਉਂਦਾ ਜਦੋਂ ਗੁਰੂ ਨਾਨਕ ਸਾਹਿਬ ਦੀ ਐਸੀ ਸੋਚ ਦੇਖੀ ਦੀ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਭਾਈ ਮਰਦਾਨਾ ਨੂੰ ਤੇ ਕੁਝ ਸਿੱਖਾਂ ਨੂੰ ਆਖਿਆ ਆ ਗਲੀਚਾ ਚੱਕੋ, ਬੜਾ ਭਾਰਾ ਗਲੀਚਾ ਸੀ, ਗਲੀਚਾ ਚੱਕੋ। ਸਤਿਗੁਰੂ ਨੇ ਕਿਹਾ ਉੱਥੇ ਵਿਛਾ ਦਿਓ ਜਿੱਥੇ ਉਹ ਵਿਚਾਰੀ ਕਤੂਰੀ ਆਪਣੇ ਮਾਂ ਵਿਚਾਰੇ ਆਪਣੇ ਛੋਟੇ ਛੋਟੇ ਬੱਚਿਆਂ ਦੇ ਨਾਲ ਬੈਠੀ ਹੋਈ ਹੈ। ਕਹਿੰਦੇ ਉਹਨੂੰ ਉਠਾਇਆ, ਹੇਠਾਂ ਗਲੀਚਾ ਵਿਛਾਇਆ, ਉਹਦੇ ਉੱਥੇ ਬਿਠਾਇਆ ਤੇ ਫਕੀਰ ਨਾਰਾਜ਼ ਹੋ ਗਿਆ। ਕਹਿੰਦਾ ਸਤਿਗੁਰੂ ਤੁਹਾਡੇ ਲਈ ਸੀ। ਮਹਾਰਾਜ ਨੇ ਕਿਹਾ ਉੱਥੇ ਦੇ ਜਿੱਥੇ ਜ਼ਰੂਰਤ ਹੈ, ਮੈਨੂੰ ਤਾਂ ਲੋੜ ਨਹੀਂ ਹੈ, ਮੈਂ ਕਿੱਥੇ ਲੈ ਲੈ ਕੇ ਤੁਰਿਆ ਫਿਰਾਂਗਾ, ਇਹਨੂੰ ਜ਼ਰੂਰਤ ਹੈ। ਗੁਰੂ ਨਾਨਕ ਸਾਹਿਬ ਨੇ ਕਿਹਾ ਫਕੀਰਾ ਅੱਲਾ ਕੱਲਾ ਮਸੀਤਾਂ ਚੋਂ ਨਹੀਂ ਲੱਭਣਾ, ਅੱਲਾ ਸਭਨਾਂ ਵਿੱਚ ਹੈ, ਜਾਨਵਰਾਂ 'ਚ ਵੀ ਵੇਖਣਾ ਉਹਨੂੰ, ਬੰਦਿਆਂ 'ਚ ਵੀ ਵੇਖਣਾ ਉਹਨੂੰ। ਜਦੋਂ ਫਕੀਰ ਨੂੰ ਨਾ ਇਹ ਰਮਜ ਸਮਝ ਆਈ ਤਾਂ ਫਕੀਰ ਨਮਸਕਾਰ ਕਰਨ ਲੱਗ ਪਿਆ। ਕਹਿੰਦਾ ਅੱਜ ਤੱਕ ਇਹ ਸੀਸ ਕੇਵਲ ਖੁਦਾ ਅੱਗੇ ਝੁਕਿਆ ਸੀ, ਪਰ ਅੱਜ ਸਾਖਸ਼ਾਤ ਖੁਦਾ ਦੇ ਸਾਹਮਣੇ ਮੈਂ ਝੁਕਾ ਰਿਹਾ। ਇਹ ਕੱਟ ਸਕਦਾ ਸੀ ਪਰ ਝੁਕ ਨਹੀਂ ਸੀ ਸਕਦਾ। ਐ ਗੁਰੂ ਨਾਨਕ ਸਾਹਿਬ ਅੱਜ ਤੋਂ ਬਾਅਦ ਇਹ ਸੇਰੀ ਤੇਰਾ ਹੋ ਗਿਆ। ਆਖੋ ਸਤਨਾਮ। ਦੇਖੋ ਜਿਹੜੇ ਪਿਆਰ ਕਰਦੇ ਨੇ ਉਹ CCTV ਤੋਂ ਨਹੀਂ ਡਰਦੇ। ਉਹ ਕਹਿੰਦੇ ਉਹਦਾ ਤਾਂ CCTV ਚਾਰੇ ਪਾਸੇ ਲੱਗਾ ਤੇ ਉਹ ਸਾਨੂੰ ਵੇਖ ਰਿਹਾ ਹਰ ਚੀਜ਼ ਵਿੱਚੋਂ।